ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਤ ਸ੍ਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇਹ ਫਿਰਹਿ ਬਿਨ ਨਾਵੈ, ਹੋਏ ਖਪ ਖਪ ਮੋਏ ਕਰੰਜਾ। ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇਹ ਫਿਰੈ ਬਿਨ ਨਾਵੈ, ਹੋਏ ਖਪ ਖਪ ਮੂਏ ਕਰੰਜਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਰਹਾਉ ਹਰ ਕੀਰਤ ਕਲ ਜੁਗ ਪਦ ਉਤਮ, ਹਰ ਪਾਈਐ ਸਤ ਗੁਰ ਮਾਝਾ। ਹਉ ਬਲਿਹਾਰੀ ਸਤ ਗੁਰ ਆਪਣੇ, ਜਿਨ ਗੁਪਤ ਨਾਮ ਪਰਗਾਜਾ। ਦਰਸ਼ਨ ਸਾਧ ਮਿਲਿਓ ਬੜ ਭਾਗੀ, ਸਭ ਕਿਲ ਵਿਖ ਗਏ ਗਵਾਜਾ। ਸਤ ਗੁਰ ਸ਼ਾਹ ਪਾਇਆ ਬੜ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਇਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਨੂੰ ਸਤ ਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਹਨ। ਇਹ ਸਮਾਂ ਕਰਮਾਂ ਭਾਗਾਂ ਦੇ ਨਾਲ ਹੀ ਮਨੁੱਖ ਨੂੰ ਪ੍ਰਾਪਤ ਹੁੰਦਾ, ਕਿਉਂਕਿ ਮਨੁੱਖ ਦੀ ਜਿਹੜੀ ਪਰਮਾਤਮਾ ਤੋਂ ਪਈ ਹੋਈ ਦੂਰੀ ਹੈ, ਉਹਨੂੰ ਸਮਝਣ ਦਾ, ਜਾਣਨ ਦਾ ਮੌਕਾ ਮਨੁੱਖ ਨੂੰ ਪ੍ਰਾਪਤ ਹੁੰਦਾ। ਆਪਣਾ ਅੰਦਰਲਾ ਕਾਰਜ ਜੋ ਮਨੁੱਖ ਇਸ ਦੁਨੀਆ 'ਤੇ ਕਰਨ ਆਇਆ, ਜੋ ਆਪਣੇ ਆਪ ਹੀ ਕੀਤਾ ਜਾ ਸਕਦਾ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ, ਉਹ ਕਾਜ ਸਵਾਰਨ ਦਾ ਮੌਕਾ ਮਨੁੱਖ ਨੂੰ ਮਿਲਦਾ। ਕਰਮਾਂ ਵਾਲੇ ਆ, ਭਾਗਾਂ ਵਾਲੇ ਆ, ਜਿਨ੍ਹਾਂ ਨੂੰ ਸਤਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ
ਅੱਜ ਸਾਨੂੰ ਕੀ ਉਪਦੇਸ਼ ਬਖਸ਼ ਰਹੇ ਹਨ। ਜੈਤ ਸ੍ਰੀ ਮਹੱਲਾ ਚੌਥਾ। ਗੁਰਮੁਖ ਪਿਆਰਿਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਹਨ। 31 ਰਾਗਾਂ ਦੇ ਵਿੱਚੋਂ ਇਹ ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਹੈ। ਗੁਰਬਾਣੀ ਦੀ ਬਣਤਰ ਨੂੰ ਜਦੋਂ ਅਸੀਂ ਅੰਦਰੋਂ ਦੇਖਦੇ ਹਾਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਦਰਸ਼ਨ ਕਰਦੇ ਹਾਂ, ਤਾਂ ਸਾਨੂੰ ਬਹੁਤ ਕੁਝ ਪਤਾ ਲੱਗਦਾ। ਜਿਵੇਂ ਜਦੋਂ ਵੀ ਕੋਈ ਰਾਗ ਸ਼ੁਰੂ ਹੁੰਦਾ, ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਉਂਦੀ ਹੈ ਅਤੇ ਉਸ ਤੋਂ ਬਾਅਦ ਫਿਰ ਅੱਗੇ ਦੀ ਅੱਗੇ ਭਗਤਾਂ ਦੀ ਬਾਣੀ ਆਉਂਦੀ ਹੈ। ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਅਤੇ ਭਗਤਾਂ ਦੀ ਬਾਣੀ। ਇਸੇ ਤਰ੍ਹਾਂ ਇੱਕ ਪਦੇ, ਦੋ ਪਦੇ, ਤਿਪਦੇ, ਚੌਪਦੇ, ਪੰਚਪਦੇ, ਛੰਤ, ਅਸ਼ਟਪਦੀਆਂ, ਬਾਰ ਅਤੇ ਉਦੋਂ ਬਾਅਦ ਭਗਤਾਂ ਦੀ ਬਾਣੀ। ਅਗਰ ਕਿਸੇ ਰਾਗ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ ਤਾਂ ਦੂਜੇ ਪਾਤਸ਼ਾਹ ਜੀ ਦੀ ਬਾਣੀ 'ਚ ਤੋਂ ਸ਼ੁਰੂ ਹੋਵੇਗਾ ਰਾਗ। ਅਗਰ ਦੂਜੇ ਪਾਤਸ਼ਾਹ ਜੀ ਦੀ ਵੀ ਬਾਣੀ ਨਹੀਂ ਹੈ ਤਾਂ ਤੀਜੇ ਪਾਤਸ਼ਾਹ ਜੀ ਦੀ ਬਾਣੀ ਤੋਂ ਸ਼ੁਰੂ ਹੋਵੇਗਾ ਰਾਗ। ਅਗਰ ਤੀਜੇ ਪਾਤਸ਼ਾਹ ਜੀ ਦੀ ਵੀ ਬਾਣੀ ਉਸ ਰਾਗ ਦੇ ਵਿੱਚ ਨਹੀਂ ਹੈ ਤਾਂ ਚੌਥੇ ਪਾਤਸ਼ਾਹ ਜੀ ਦੀ ਬਾਣੀ ਤੋਂ ਰਾਗ ਸ਼ੁਰੂ ਹੋਵੇਗਾ। ਇਹ ਜੈਤ ਸ੍ਰੀ ਰਾਗ ਚੌਥੇ ਪਾਤਸ਼ਾਹ ਜੀ ਦੀ ਬਾਣੀ ਤੋਂ ਸ਼ੁਰੂ ਹੁੰਦਾ ਹੈ ਗੁਰਮੁਖ ਪਿਆਰਿਓ। ਅਤੇ ਇਹ ਜੋ ਸ਼ਬਦ ਹੈ ਪਵਿੱਤਰ, ਇਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 697 ਉੱਪਰ ਸੁਭਾਏਮਾਨ ਹੈ। ਆਓ ਹੁਣ ਵਿਚਾਰ ਦੇ ਨਾਲ ਜੁੜੀਏ। ਜੈਤ ਸ੍ਰੀ ਮਹੱਲਾ ਚੌਥਾ ਭਾਵ ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ। ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਮਾਤ ਕੀਜੈ ਹਰ ਮਾਂਝਾ। ਗੱਲ ਚੱਲਦੀ ਹੈ ਗੁਰਮੁਖ ਪਿਆਰਿਓ ਨਾਮ ਦੀ। ਨਾਮ ਕਿੱਥੋਂ ਪ੍ਰਾਪਤ ਹੁੰਦਾ? ਆਪਣੇ ਆਪਣੇ ਗੁਰੂ ਤੋਂ ਪ੍ਰਾਪਤ ਹੁੰਦਾ। ਗੂ ਦਾ ਅਰਥ ਹੁੰਦਾ, ਗੂ ਤੋਂ ਭਾਵ ਹਨੇਰਾ ਅਤੇ ਰੂ ਤੋਂ ਭਾਵ ਚਾਨਣ। ਨਾਮੀ ਹੋ ਜਾਣਾ, ਆਤਮਿਕ ਗਿਆਨੀ ਹੋ ਜਾਣਾ, ਆਤਮਿਕ ਚਾਨਣ ਹੋ ਜਾਣਾ, ਅੰਦਰਲੀ ਸੋਝੀ ਪ੍ਰਾਪਤ ਹੋ ਜਾਣੀ। ਤੀਜਾ ਨੇਤਰ ਖੁੱਲ੍ਹ ਜਾਣਾ, ਸਿਆਣਾ ਹੋ ਜਾਣਾ। ਸਾਨੂੰ ਸਿੱਖਾਂ ਨੂੰ ਨਾਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ। ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ ਅਤੇ ਅਕਲੀ ਕੀਚੈ ਦਾਨ। ਅਕਲ ਦੇ ਨਾਲ ਹੀ ਸਾਰਾ ਕੁਝ ਪ੍ਰਾਪਤ ਹੁੰਦਾ। ਕਬੀਰਾ ਜਹਾਂ ਗਿਆਨ ਤਹਿ ਧਰਮ ਹੈ, ਅਤੇ ਸਾਡਾ ਸਿੱਖਾਂ ਦਾ ਗਿਆਨ ਗੁਰੂ ਹੈ। ਗੁਰੂ ਤੋਂ ਗਿਆਨ ਲੈਣਾ, ਆਤਮਿਕ ਗਿਆਨ ਲੈਣਾ ਕਿ ਸਾਡੇ ਅੰਦਰ ਕੀ ਹੋਇਆ, ਕਿਸ ਤਰ੍ਹਾਂ ਵਿਛੋੜਾ ਪਿਆ ਹੋਇਆ, ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਿਸ ਰੂਪ ਦੇ ਵਿੱਚ ਆ, ਕਿਵੇਂ ਉਹਦੀ ਪ੍ਰਾਪਤੀ ਹੋ ਸਕਦੀ ਹੈ, ਕਿਉਂ ਪ੍ਰਾਪਤੀ ਨਹੀਂ ਹੁੰਦੀ, ਕਾਰਨ ਕੀ ਹੈ, ਇਹ ਸਾਰਾ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ। ਜਦੋਂ ਅਸੀਂ ਧਿਆਨ ਦੇ ਨਾਲ ਗੁਰਬਾਣੀ ਨੂੰ ਪੜ੍ਹਾਂ, ਸੁਣਾ, ਸਮਝਾਂਗੇ। ਹੁਣ ਇੱਥੇ ਸਮਝਾਇਆ ਗਿਆ, ਮੇਰੇ ਮਨ ਵਾਹਿਗੁਰੂ ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਮਾਤ ਕੀਜੈ ਹਰ ਵਾਂਝਾ। ਆਮ ਪਹਿਲਾਂ ਉੱਪਰਲੇ ਅਰਥ ਹੁੰਦੇ ਆ, ਉਸ ਤੋਂ ਬਾਅਦ ਜਿਹੜੇ ਆ ਭਾਵ ਅਰਥ ਹੁੰਦੇ ਆ ਗੁਰਬਾਣੀ ਦੇ ਸ਼ਬਦਾਂ ਦੇ। ਜਿਨ ਜਿਸ ਵਿਅਕਤੀ ਦੇ ਹਿਰਦੇ 'ਚ ਨਾਮ ਨਹੀਂ ਵਸਦਾ, ਤਿਨ ਮਾਤ ਕੀਜੈ ਹਰ ਵਾਂਝਾ। ਹੁਣ ਇੱਥੇ ਥੋੜ੍ਹਾ ਜਿਹਾ ਭੁਲੇਖਾ ਪੈਂਦਾ, ਉਹਦੀ ਮਾਂ ਨੂੰ ਬਾਂਝ ਕਰ ਦਿੱਤਾ ਜਾਵੇ। ਪਰ ਇੱਥੇ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਗੱਲ ਆ ਬਈ ਇਹ ਸਰੀਰਕ ਗੱਲ ਨਹੀਂ ਚੱਲ ਰਹੀ,
ਮਨ ਦੀ ਗੱਲ ਚੱਲ ਰਹੀ ਹੈ। ਮਨ ਦੇ ਮਾਤਾ ਪਿਤਾ ਕੌਣ ਆ, ਇਹ ਸਮਝਣਾ ਪਵੇਗਾ। ਮਾਤਾ ਮਤ, ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਸੇਖ। ਇਹ ਅੰਦਰਲਾ ਸੂਖਸ਼ਮ ਸਰੀਰ ਦੇ ਮਨ ਦੇ ਮਾਤਾ ਪਿਤਾ। ਜੇ ਤਾਂ ਮਨ ਦੀ ਮਤ ਮਾਤਾ ਮਤ ਬਣ ਗਈ, ਚੰਗੀ ਮਤ ਮਾਤਾ ਬਣ ਗਈ ਤਾਂ ਮਨ ਸਵਰ ਗਿਆ। ਪਿਤਾ ਸੰਤੋਖ ਸੰਤੋਖੀ ਹੋ ਗਿਆ, ਨਹੀਂ ਤਾਂ ਕੁਮੱਤ ਤੇ ਅਸੰਤੋਖ ਵਿਗੜੇ ਹੋਏ ਮਨ ਦੇ ਮਾਤਾ ਪਿਤਾ ਹੋ ਗਏ। ਇੱਥੇ ਸਮਝਾਇਆ ਜਾ ਰਿਹਾ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਉਹਦੀ ਮਤ ਬਾਂਝ ਹੋ ਜਾਂਦੀ ਹੈ ਜਿਹਦੇ ਹਿਰਦੇ 'ਚ ਨਾਮ ਨਹੀਂ ਵਸਦਾ। ਭਾਵ ਨਾਮ ਤੋਂ ਜਿਹੜਾ ਗੁਰੂ ਦੇ ਨਾਲ ਨਹੀਂ ਜੁੜਦਾ, ਜਿਹੜਾ ਗੁਰਬਾਣੀ ਤੋਂ ਗਿਆਨ ਨਹੀਂ ਲੈਂਦਾ, ਉਹਦੀ ਮਤ ਮੈਨੇ ਮਤ ਆਹ ਅਕਲ ਇਹ ਬਾਂਝ ਹੋ ਜਾਂਦੀ ਹੈ। ਅਕਲ ਕੀ ਕਰਦੀ ਹੈ? ਸ਼ੁਭ ਗੁਣਾਂ ਰੂਪੀ ਪੁੱਤਰ ਆ ਅਕਲ ਦੇ ਵਿੱਚੋਂ ਚੰਗੇ ਚੰਗੇ ਮਤ ਦੇ ਵਿੱਚੋਂ ਵਿਚਾਰ ਨਿਕਲਦੇ ਆ। ਜਿਹੜਾ ਬੰਦਾ ਗੁਰੂ ਦੇ ਨਾਲ ਨਹੀਂ ਜੁੜਦਾ ਉਹ ਨਾਮ ਦੇ ਨਾਲ ਨਹੀਂ ਜੁੜਦਾ, ਅਤੇ ਜਿਹੜਾ ਨਾਮ ਦੇ ਨਾਲ ਨਹੀਂ ਜੁੜਦਾ ਉਹਦੀ ਮੱਤ 'ਚੋਂ ਚੰਗੇ ਵਿਚਾਰ ਨਹੀਂ ਨਿਕਲਦੇ, ਉਹਦੀ ਮੱਤ ਬਾਂਝ ਹੋ ਜਾਂਦੀ ਹੈ ਜੀ। ਤਿੰਨ ਸੁਣੀ ਦੇਹ ਫਿਰੈ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਜਾ। ਤਿੰਨ ਸੁਣੀ ਦੇਹ, ਉਹਦੀ ਦੇਹ ਆ ਜਿਹੜੀ, ਉਹਦਾ ਸਰੀਰ ਆ ਸੁੰਨਾ ਹੋ ਜਾਂਦਾ। ਭਾਵ ਬਾਹਰੋਂ ਤਾਂ ਉਹ ਵਧੀਆ ਹੁੰਦਾ, ਅੰਦਰੋਂ ਖਾਲੀ ਹੋ ਜਾਂਦਾ। ਅੰਦਰੋਂ ਗਿਆਨ ਤੋਂ ਬਿਨਾ, ਉਹ ਸ਼ੁਭ ਗੁਣਾਂ ਤੋਂ ਬਿਨਾ ਭਰਿਆ ਭਰਿਆ ਮਹਿਸੂਸ ਨਹੀਂ ਕਰਦਾ। ਉਹਦੀ ਦੇਹ ਸੁੰਨੀ ਹੋ ਜਾਂਦੀ ਹੈ। ਬਿਨ ਨਾਵੈ, ਅੰਦਰਲੇ ਵਿਕਾਸ ਤੋਂ ਬਿਨਾ ਬਾਹਰਲਾ ਵਿਕਾਸ ਕਿਸੇ ਕੰਮ ਦਾ ਨਹੀਂ। ਦੋਨੋਂ ਬਰਾਬਰ ਚੱਲਣੇ ਚਾਹੀਦੇ ਆ, ਫੇਰ ਗੱਲ ਬਣਦੀ ਹੈ। ਤੇ ਨਹੀਂ ਬਿਨਾ ਨਾਮ ਤੋਂ, ਬਿਨਾ ਆਤਮਿਕ ਗਿਆਨ ਤੋਂ ਮਨੁੱਖ ਖਪ ਖਪ ਮੂਏ ਕਰਾਂਝਾ। ਤਿੰਨਾਂ ਗੁਣਾਂ ਦੇ ਵਿੱਚ ਹੀ ਖਪਦਾ ਰਹਿੰਦਾ ਹੈ, ਖਪਦਾ ਰਹਿੰਦਾ ਹੈ, ਰਿੱਝਦਾ ਰਹਿੰਦਾ ਹੈ, ਕਰਾਉਂਦਾ ਰਹਿੰਦਾ ਹੈ, ਦੁਖੀ ਹੁੰਦਾ ਰਹਿੰਦਾ ਹੈ। ਗੁਰੂ ਦੇ ਨਾਲ ਜੁੜਨ ਤੋਂ ਬਿਨਾ ਨਾਮ ਨਹੀਂ ਪ੍ਰਾਪਤ ਹੁੰਦਾ। ਨਾਮ ਤੋਂ ਬਿਨਾ ਸ਼ਾਂਤੀ ਨਹੀਂ ਅੰਦਰ ਬਣਦੀ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਗੁਰੂ ਤੋਂ ਨਾਮ ਨਹੀਂ ਪ੍ਰਾਪਤ ਕਰਦੇ ਜਿਹੜੇ, ਉਹ ਸੁੰਨੇ ਹੋ ਜਾਂਦੇ ਆ, ਅੰਦਰੋਂ ਖਾਲੀ ਰਹਿੰਦੇ ਆ, ਉਹ ਖਪਦੇ ਰਹਿੰਦੇ ਆ, ਮਰਦੇ ਰਹਿੰਦੇ ਆ, ਕਰਾਉਂਦੇ ਰਹਿੰਦੇ ਆ, ਦੁਖੀ ਹੁੰਦੇ ਰਹਿੰਦੇ ਹਨ ਜੀ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਇਸ ਕਰਕੇ ਐ ਮੇਰੇ ਮਨਾ, ਜੇ ਤੂੰ ਕਰਾਉਣਾ ਨਹੀਂ ਚਾਹੁੰਦਾ, ਜੇ ਤੂੰ ਤਿੰਨਾਂ ਗੁਣਾਂ ਨੂੰ ਪਾਰ ਕਰਨਾ ਚਾਹੁੰਦਾ, ਜੇ ਤੂੰ ਸ਼ਾਂਤੀ ਚਾਹੁੰਦਾ, ਜੇ ਤੂੰ ਆਨੰਦ ਚਾਹੁੰਦਾ, ਜੇ ਤੂੰ ਆਪਣੇ ਆਪ ਦਾ ਗਿਆਨ ਚਾਹੁੰਦਾ, ਜੇ ਤੂੰ ਉਹ ਲੇਖੇ ਤੋਂ ਬਚਣਾ ਚਾਹੁੰਦਾ, ਜੇ ਜਨਮ ਮਰਨ ਤੋਂ ਬਚਣਾ ਚਾਹੁੰਦਾ, ਤਾਂ ਮੇਰੇ ਮਨਾ ਫਿਰ ਰਾਮ ਦੇ ਨਾਮ ਨਾਲ ਜੁੜ ਜਾ। ਕਿੱਥੇ ਆ ਜੀ? ਮੇਰੇ ਮਨ ਜਪ। ਜਪ ਮੈਨੇ ਹੈਗਾ ਜਾਣਨਾ, ਕਿਉਂਕਿ ਗੁਰਬਾਣੀ ਸਾਨੂੰ ਜਣਾਉਂਦੀ ਹੈ। ਜਪਣਾ ਦਾ ਹੁੰਦਾ ਬਾਰ 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 ਟਿਕਾ ਦੇ ਨਾਲ, ਸਹਿਜ ਦੇ ਨਾਲ ਬਾਰ ਬਾਰ ਸਮਝਣਾ। ਜਿਵੇਂ ਆਪਾਂ 5 ਖੰਡਾਂ ਨੂੰ ਬਾਰ ਬਾਰ ਸਮਝਦੇ ਹਾਂ, ਤਕਰੀਬਨ ਹਰ ਰੋਜ਼ ਜ਼ਿਕਰ ਕਰਦਾ ਮੈਂ ਉਹਨਾਂ ਖੰਡਾਂ ਦਾ। ਉਹ ਜਪ ਹੋ ਰਿਹਾ ਤਾਂ ਕਿ ਸਾਡੀ ਸੁਰਤ ਦੇ ਵਿੱਚ ਬਹਿ ਜਾਣ ਉਹ ਗੱਲ ਵੀ ਅੰਦਰੋਂ ਕਿਵੇਂ ਅਸੀਂ ਧਰਮੀ ਬਣ ਸਕਦੇ ਹਾਂ। ਪਹਿਲਾ ਧਰਮ ਖੰਡ, ਦੂਜਾ ਗਿਆਨ ਖੰਡ, ਤੀਜਾ ਸ਼ਰਮ ਖੰਡ, ਚੌਥਾ ਕਰਮ ਖੰਡ ਤੇ ਪੰਜਵਾਂ ਸੱਚਖੰਡ। ਇਹਨੂੰ ਆਪਾਂ ਜਪਦੇ ਹਾਂ ਬਾਰ 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 ਤਾਂ ਕਿ ਸਾਡੇ ਧਿਆਨ ਦੇ ਵਿੱਚ ਟਿਕ ਜਾਵੇ। ਇਹਨੂੰ ਸਮਝਦੇ ਹਾਂ। ਸਾਰੀ ਗੁਰਬਾਣੀ ਇਹਨਾਂ ਬਾਰੇ ਹੀ ਸਮਝਾਉਂਦੀ ਹੈ, ਇਹਦੇ ਵਿੱਚ ਦੀ ਨਿਕਲਣਾ। ਸੋ ਇਸ ਗੱਲ ਨੂੰ ਸਮਝਣਾ, ਕਿਵੇਂ ਸਮਝਣਾ ਅੱਗੇ ਕਲੀਅਰ ਵੀ ਕਰਨਗੇ ਸਤਿਗੁਰੂ ਸੱਚੇ ਪਾਤਸ਼ਾਹ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਮੇਰੇ ਮਨ ਜਪ ਜਾਣ ਰਾਮ ਦੇ ਨਾਮ ਨੂੰ। ਪਹਿਲਾਂ ਰਾਮ ਨੂੰ ਜਾਣੇਗਾ ਜਿਹੜਾ ਕਣ ਕਣ ਦੇ ਵਿੱਚ ਸਮਾਇਆ ਹੋਇਆ, ਇੱਕ ਓਂਕਾਰ ਨੂੰ ਜਾਣੇਗਾ। ਫਿਰ ਤੈਨੂੰ ਨਾਮ ਦੀ ਸੋਝੀ ਹੋਊਗੀ, ਫਿਰ ਪਤਾ ਲੱਗੂਗਾ ਵੀ ਨਾਮ ਹੈ ਕਿੱਥੇ, ਹਰੀ ਪਰਮਾਤਮਾ ਕਿੱਥੇ ਆ? ਮਾਝਾ। ਮਾਝੇ ਦਾ ਅਰਥ ਹੈ ਮੇਰੇ ਅੰਦਰ। ਗੁਰੂ ਤੋਂ ਬਿਨਾਂ ਤਾਂ ਤੈਨੂੰ ਪਹਿਲਾਂ ਇਹੀ ਗਿਆਨ ਨਹੀਂ ਪ੍ਰਾਪਤ ਹੋਣਾ। ਇਹ ਗਿਆਨ ਦੇ ਨਾਲ ਹੀ ਧਿਆਨ, ਧਿਆਨ ਦੇ ਨਾਲ ਹੀ ਨਾਮ, ਨਾਮ ਦੇ ਨਾਲ ਹੀ
ਮੁਕਤੀ। ਇਹ ਕੜੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਗੁਰਮੁਖ ਪਿਆਰਿਓ। ਸਤ ਸੰਗ ਤੋਂ, ਗੁਰਬਾਣੀ ਤੋਂ ਪੜ੍ਹ ਸੁਣ ਸਮਝਣ ਤੋਂ ਸ਼ੁਰੂ ਹੋਣੀਆਂ ਇਹ ਚੀਜ਼ਾਂ। ਮੇਰੇ ਮਨ ਜਪ ਰਾਮ ਨਾਮ ਹਰ ਹਰੀ ਦਾ ਕਿੱਥੇ ਆ? ਮਾਝਾ ਤੇਰੇ ਅੰਦਰ ਹੀ ਹੈ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ ਰਹਾਉ। ਜਿਹੜੇ ਭਾਈ ਗੁਰੂ ਨਾਲ ਜੁੜ ਗਏ ਉਹ ਅੰਦਰ ਨੂੰ ਚਲੇ ਗਏ। ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਹੈਗਾ ਨੁਕਸਾ ਉਹ ਮਨ ਦੇ ਵਿੱਚ ਪਿਆ ਹੋਇਆ। ਬਰਮੀ ਮਾਰੀ ਸਾਪ ਨਾ ਮਰੇ। ਇਸ ਕਰਕੇ ਉਹ ਗੁਰੂ ਦਾ ਗਿਆਨ ਲੈ ਕੇ ਅੰਦਰ ਨੂੰ ਚਲੇ ਜਾਂਦੇ ਆ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਪਰਮਾਤਮਾ ਦੀ ਕਿਰਪਾ ਦੀ ਗੁਰਮੁਖ ਪਿਆਰਿਓ ਪਹਿਲੀ ਨਿਸ਼ਾਨੀ ਇਹ ਹੈ ਕਿ ਮਨੁੱਖ ਗੁਰੂ ਨਾਲ ਜੁੜਦਾ। ਇੱਥੋਂ ਜਿਹੜੇ ਕਰਮ ਆ ਨਾ ਬਦਲਨੇ ਸ਼ੁਰੂ ਹੋਣੇ ਆ। ਇੱਥੋਂ ਜਿਹੜੇ ਜਿਹੜੇ ਬੰਨੇ ਬੰਦ ਪਏ ਹੋਏ ਹੈ ਨਾ ਜਿਹੜੇ, ਉਹ ਟੁੱਟਣੇ ਇੱਥੋਂ ਸ਼ੁਰੂ ਹੋਣੇ ਆ। ਪਰਮਾਤਮਾ ਦੀ ਕਿਰਪਾ ਦੀ ਨਿਸ਼ਾਨੀ ਇਹ ਹੈ, ਹੁਣ ਆਪਣੇ ਆਪ 'ਤੇ ਲਾ ਲਓ ਕਿ ਅਸੀਂ ਪਰਮਾਤਮਾ ਦੀ ਕਿਰਪਾ ਦੇ ਪਾਤਰ ਹੈ ਜਾਂ ਨਹੀਂ ਹੈ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ ਰਹਾਉ। ਗੁਰੂ ਨੇ ਗਿਆਨ ਦਿੱਤਾ ਤਾਂ ਮੇਰਾ ਮਨ ਸਮਝ ਗਿਆ। ਮਨ ਦੀ ਹੋਈ ਸਾਰੀ ਗੱਲ ਸੀ। ਹੁਣ ਗੁਰੂ ਨੇ ਗਿਆਨ ਕਦੋਂ ਦਿੱਤਾ? ਜਦੋਂ ਮੈਂ ਗੁਰੂ ਤੋਂ ਗਿਆਨ ਲੈਣ ਗਿਆ, ਜਦੋਂ ਮੈਂ ਕੋਸ਼ਿਸ਼ ਕੀਤੀ, ਜਦੋਂ ਮੈਂ ਟਿਕਿਆ, ਜਦੋਂ ਮੈਂ ਗੁਰੂ ਦੇ ਬਚਨ ਪੜ੍ਹਨ ਸੁਣਨ ਸਮਝਣ ਦੀ ਕੋਸ਼ਿਸ਼ ਕੀਤੀ, ਮੇਰੇ ਅੰਦਰ ਤੜਫ ਪੈਦਾ ਹੋਈ, ਮੈਂ ਤਿੰਨਾਂ ਗੁਣਾਂ ਤੋਂ ਉੱਪਰ ਹੋਇਆ, ਮਾਇਆ ਦੇ ਚੱਕਰ ਵਿਊ ਚੋਂ ਨਿਕਲਿਆ, ਕੇਵਲ ਤੇ ਕੇਵਲ ਗੁਰੂ ਦਾ ਪੱਲਾ ਫੜ ਲਿਆ ਤਾਂ ਮਨ ਨੂੰ ਸਮਝ ਆ ਗਈ। ਮਨ ਸਮਝਾਉਣ ਕਾਰਨੇ ਕਛੂਕ ਪੜੀ ਹੈ ਗਿਆਨ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਜਦੋਂ ਮੈਂ ਬਾਹਰਲੇ ਕੰਮ ਸਾਰੇ ਛੱਡ ਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਦੇ ਨਾਲ ਜੁੜਿਆ ਤਾਂ ਗੁਰੂ ਨੇ ਮੈਨੂੰ ਗਿਆਨ ਦਿੱਤਾ ਤੇ ਮਨ ਨੂੰ ਸਮਝਾ ਦਿੱਤਾ, ਮਨ ਨੂੰ ਸਮਝ ਲੱਗੀ ਰਹਾਓ। ਹਰ ਕੀਰਤ ਕਲ ਯੁਗ ਪਦ ਉਤਮ, ਹਰ ਪਾਈਐ ਸਤਿਗੁਰ ਮਾਝਾ। ਕੀ ਸਮਝ ਲੱਗੀ, ਕੀ ਗਿਆਨ ਲਿਆ ਕਿ ਪਰਮਾਤਮਾ ਦੀ ਕੀਰਤੀ ਕਰਨੀ, ਪਰਮਾਤਮਾ ਵਾਹਿਗੁਰੂ ਦੀ ਵਡਿਆਈ ਕਰਨੀ। ਵਡਿਆਈ ਕਰਨ ਦਾ ਮਤਲਬ ਕੀ ਆ? ਉਹਦੇ ਅਨੁਸਾਰ ਚੱਲਣਾ। ਇਹ ਨਹੀਂ ਹੈ ਬਈ ਬਾਪੂ ਜੀ ਵੀ ਕਰੀ ਜਾਈਏ ਤੇ ਬਾਪੂ ਜੀ ਕਹੇ ਭਾਈ ਪਾਣੀ ਦਾ ਗਲਾਸ ਦੇ ਦਿਓ ਤੇ ਉਦੋਂ ਪਾਸਾ ਵੱਟ ਕੇ ਲੰਘ ਜਾਣਾ, ਉੱਤੋਂ ਬਾਪੂ ਜੀ ਕਰੀ ਜਾਣਾ। ਇਹ ਨਹੀਂ ਗੱਲ ਬਣਦੀ। ਭਾਵੇਂ ਬਾਪੂ ਹੀ ਕਹਿ ਦਿਓ ਪਰ ਉਹਦੇ ਆਖੇ ਲੱਗੋ ਤਾਂ ਮਾਂ ਪਿਓ ਖੁਸ਼ ਹੁੰਦੇ ਆ। ਇਸੇ ਤਰ੍ਹਾਂ ਸਾਡਾ ਗੁਰੂ ਆ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕੇਹਾ ਕਾੜਾ ਜੀਓ। ਹਰ ਕੀਰਤ ਪਰਮਾਤਮਾ ਦੀ ਕੀਰਤੀ ਕਰਨੀ ਕਿਵੇਂ? ਗੁਰੂ ਦੇ ਰਾਹੀਂ। ਕਲ ਯੁਗ ਪਦ ਉੱਤਮ, ਕਲ ਯੁਗ ਦੇ ਵਿੱਚ ਇਹ ਉੱਤਮ ਪਦਵੀ ਪ੍ਰਾਪਤ ਕਰਨੀ ਹੈ। ਕਲ ਯੁਗ ਕਿੱਥੇ ਵਾਪਰਿਆ ਹੋਇਆ? ਸਾਡੇ ਅੰਦਰ। ਕਲਯੁਗ ਤੋਂ ਸਤਯੁਗ ਵਾਪਰਨਾ ਸਾਡੇ ਅੰਦਰ। ਮਨਮੁਖ ਤੋਂ ਗੁਰਮੁਖ ਬਣਨਾ ਕਿਹਨੂੰ ਸਮਝਾਇਆ ਜਾ ਰਿਹਾ ਬਾਰ-ਬਾਰ? ਸਾਨੂੰ। ਸਾਡਾ ਵਿਗਾੜ ਕਿੱਥੋਂ ਪਿਆ ਹੋਇਆ? ਅੰਦਰੋਂ। ਇਹਦਾ ਮਤਲਬ ਕਲਯੁਗ ਕਿੱਥੇ ਆ? ਸਾਡੇ ਅੰਦਰ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਸਤਯੁਗ ਦੀ ਅਵਸਥਾ ਹੁੰਦੀ ਆ ਜਦੋਂ ਬਚਪਨ ਦੇ ਵਿੱਚ ਬੱਚਾ ਹੁੰਦਾ ਗੁਰਮੁਖ ਪਿਆਰਿਓ। ਉਦੋਂ ਸਤਯੁਗ ਦੀ ਅਵਸਥਾ ਦੇ ਵਿੱਚ ਹੁੰਦਾ। ਉਹਨੂੰ ਮੇਰ ਤੇਰ ਦਾ, ਬੇਈਮਾਨੀ, ਝੂਠ, ਠੱਗੀ, ਫਰੇਬ ਕੁਛ ਨਹੀਂ ਪਤਾ ਹੁੰਦਾ। ਕਿਸੇ ਦਾ ਵੀ ਬੱਚਾ ਹੋਵੇ, ਰੱਬ ਦਾ ਰੂਪ ਹੋਵੇਗਾ, ਉਹਨੂੰ ਕਹਿੰਦੇ ਆ ਸਤਯੁਗ। ਉਦੋਂ ਬਾਅਦ ਜਿਵੇਂ ਜਿਵੇਂ ਵੱਡਾ ਹੁੰਦਾ ਫਿਰ ਤ੍ਰੇਤਾ ਵਾਪਰਦਾ। ਦੁਨੀਆ 'ਚ ਇੱਕ ਹਿੱਸਾ ਹੋ ਜਾਂਦਾ, 3 ਹਿੱਸੇ ਉਹਦੇ ਅੰਦਰ ਫਿਰ ਵੀ ਸੱਚ ਹੁੰਦਾ। ਬੱਚੇ ਬਹੁਤ ਘੱਟ ਝੂਠ ਬੋਲਦੇ ਆ। ਫਿਰ ਜਦੋਂ ਫਿਰ ਵੱਡੇ ਹੋ ਜਾਂਦੇ ਆ, ਹੋਰ ਦੁਨੀਆ ਦੀਆਂ ਚੁਸਤੀਆਂ ਚਲਾਕੀਆਂ ਸਾਡੇ ਅੰਦਰ ਆ ਜਾਂਦੀਆਂ, ਹੇਰਾ ਫੇਰੀਆਂ, ਬੇਈਮਾਨੀਆਂ ਆ ਜਾਂਦੀਆਂ, ਤਾਂ ਦੁਆਪਰ ਵਾਪਰ ਜਾਂਦਾ ਸਾਡੇ ਅੰਦਰ। ਜਦੋਂ ਹੋਰ ਸਾਡੇ ਅੰਦਰ ਇਹ ਪ੍ਰਭਾਵ ਮਾਇਆ ਦਾ ਜਾਇਜ਼ ਨਜਾਇਜ਼ ਜੇ ਉਹ ਗਲਤ ਕੰਮ ਪਾਪ ਕਰਕੇ ਤੇ ਫਿਰ ਵਾਪਰਦਾ ਕਲਯੁਗ। ਹੁਣ ਕਲਯੁਗ ਬਾਹਰ ਵੀ ਹੈ ਤੇ ਕਲਯੁਗ ਅੰਦਰ ਵੀ ਹੈ। ਜਦੋਂ ਅੰਦਰ ਆ ਤਾਂ ਅੰਦਰਲੇ ਤੋਂ ਖਤਮ ਕਰਾਂਗੇ, ਫਿਰ ਬਾਹਰੋਂ ਖਤਮ ਹੋਵੇਗਾ।
ਇਹ ਅੰਦਰਲਾ ਕਲ ਸਾਡੇ ਹੋ ਰਹੀ ਹੈ। ਗੁਰੂ ਪਾਤਸ਼ਾਹ ਜੀ ਇੱਥੇ ਇਹ ਸਮਝਾ ਰਹੇ ਹਨ ਕਿ ਹਰ ਕੀਰਤ ਕਲਯੁਗ ਪਦ ਉੱਤਮ। ਇਹ ਕਲਯੁਗ ਨੂੰ ਖਤਮ ਕਰਨ ਵਾਸਤੇ ਇਹ ਕਲਾ ਦੇ ਯੁੱਗ ਦੇ ਵਿੱਚ, ਗਿਆਨ ਦੇ ਯੁੱਗ ਦੇ ਵਿੱਚ, ਕਲਾਕਾਰੀ ਦੇ ਯੁੱਗ ਦੇ ਵਿੱਚ ਉੱਤਮ ਪਦਵੀ ਅੰਦਰਲੀ ਪ੍ਰਾਪਤ ਕਰਨੀ ਹੈ। ਹਰ ਪਾਈਐ ਹਰੀ ਪ੍ਰਮਾਤਮਾ ਕਿੱਥੇ ਰਹਿੰਦੇ ਆ? ਉੱਪਰ ਰਹਿੰਦੇ ਆ, ਉੱਪਰ ਨੂੰ ਜਾਣਾ। ਸਤਿਗੁਰ ਮਾਝਾ, ਸਤਿਗੁਰ ਦੇ ਵਿੱਚ ਨਾਮ ਸਮਾਇਆ ਹੋਇਆ। ਇਹ ਗਿਆਨ ਸੱਚਾ ਗਿਆਨ, ਸਤਿਗੁਰ ਦਾ ਅਰਥ ਹੈ ਸਤ ਦਾ ਗੁਰ, ਸੱਚ ਨੂੰ ਜਾਣਨ ਦਾ ਤਰੀਕਾ, ਮੈਥਡ, ਗਿਆਨ। ਮਾਝਾ ਅੰਦਰ ਨੂੰ ਹੀ ਜਾਣਾ, ਇਹ ਸਤਿਗੁਰੂ ਤੋਂ ਅੰਦਰਲਾ ਗਿਆਨ ਪ੍ਰਾਪਤ ਹੁੰਦਾ। ਭਾਈ ਇਹ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਅੰਦਰ ਵਾਪਰਿਆ ਹੋਇਆ, ਬਾਹਰ ਵੀ ਫਿਰ ਉਹੀ ਹੈ। ਜਦੋਂ ਹੁਣ ਮੈਂ ਕਲਯੁਗ ਦੇ ਵਿੱਚ ਆ, ਮੇਰੇ ਵਰਗੇ ਸਾਰੇ ਬੰਦੇ ਤਾਂ ਕਲਯੁਗ ਹੀ ਹੈ। ਜਦੋਂ ਮੈਂ ਸਤਯੁਗ ਦੇ ਵਿੱਚ ਵਾਪਰ ਗਿਆ, ਹੋਰ ਬਾਕੀ ਸਤਯੁਗ ਵਾਲੇ ਹੋ ਗਏ, ਤਾਂ ਬਾਹਰ ਵੀ ਸਤਯੁਗ ਹੋ ਜਾਵੇਗਾ। ਗੱਲ ਅੰਦਰੋਂ ਸ਼ੁਰੂ ਹੁੰਦੀ ਹੈ। ਭਾਈ ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰ ਗਾਜਾ। ਮੈਂ ਤਾਂ ਬਲਿਹਾਰ ਜਾਨਾ, ਮੈਂ ਤਾਂ ਕੁਰਬਾਨ ਜਾਨਾ ਗੁਰੂ ਤੋਂ। ਹਉ ਬਲਿਹਾਰੀ ਸਤਿਗੁਰ ਆਪਣੇ, ਮੈਂ ਆਪਣੇ ਸਤਿਗੁਰਾਂ ਤੋਂ, ਜਿਨ੍ਹਾਂ ਨੇ ਮੈਨੂੰ ਸੱਚ ਦਾ ਗਿਆਨ ਦਿੱਤਾ, ਪਰਮਾਤਮਾ ਦਾ ਗਿਆਨ ਦਿੱਤਾ। ਮੈਂ ਬਾਰ-ਬਾਰ ਬਲਿਹਾਰ ਜਾਨਾ, ਬਾਰ-ਬਾਰ ਬਲਿਹਾਰ ਜਾਨਾ। ਕਿਉਂ ਜੀ? ਕਾਹਤੋਂ ਇੰਨੀਆਂ ਸਿਫਤਾਂ ਕਰੀ ਜਾਨਾ? ਕਾਹਤੋਂ ਬਾਰ-ਬਾਰ ਬਲਿਹਾਰ ਜਾਨਾ? ਕਿਉਂ ਨਾ ਜਾਵਾਂ ਜੀ? ਜਿਹੜਾ ਬਾਹਰਲੀ ਦੁਨੀਆ ਤੋਂ ਕੰਮ ਹੁੰਦਾ ਹੀ ਨਹੀਂ ਸੀ, ਮੇਰੇ ਸਤਿਗੁਰ ਨੇ ਉਹ ਕਰਤਾ। ਕੀ ਕਰਤਾ ਭਾਈ? ਗੁਪਤ ਨਾਮ ਪਰ ਗਾਜਾ। ਜਿਹੜਾ ਨਾਮ ਅੰਦਰ ਗੁਪਤ ਸੀ, ਮੇਰੇ ਮੈਲ ਲੱਗੇ ਹੋਏ ਸੀ, ਪਾਪਾਂ ਨਾਲ ਘਿਰਿਆ ਪਿਆ ਸੀ, ਅੰਦਰ ਬੂਝੇ ਹੋਏ ਪਏ ਸੀ, ਉਹ ਪਤਾ ਨਹੀਂ ਲੱਗਦਾ ਸੀ, ਕਾਈ ਜੰਮੀ ਪਈ ਸੀ, ਉਹ ਅਸਲ ਚੀਜ਼ ਦਾ ਮੈਨੂੰ ਅੰਦਰੋਂ ਪਤਾ ਹੀ ਨਹੀਂ ਲੱਗਦਾ ਸੀ, ਪ੍ਰਗਟ ਕਰ ਦਿੱਤਾ। ਭਾਵ ਸ਼ੁਭ ਗੁਣ ਨਾਮ ਦੇ ਨਾਲ ਪ੍ਰਗਟ ਕੀ ਹੁੰਦੇ ਆ? ਸ਼ੁਭ ਗੁਣ। ਔਗਣਾ ਦਾ ਮਾਰਿਆ ਪਿਆ ਸੀ, ਅੰਦਰੋਂ ਜਦੋਂ ਨਾਮ ਪ੍ਰਗਟ ਹੋਇਆ ਤਾਂ ਸ਼ੁਭ ਗੁਣ ਪ੍ਰਗਟ ਹੋਣ ਲੱਗ ਗਏ। ਭਾਵ ਗੁਪਤ ਜਿਹੜਾ ਨਾਮ ਸੀ ਪ੍ਰਗਟ ਹੋ ਗਿਆ। ਦਰਸ਼ਨ ਸਾਧ ਮਿਲਿਓ ਬੜ ਭਾਗੀ, ਸਭ ਕਿਲ ਵਿਖ ਗਏ ਗਵਾਜਾ। ਜਦੋਂ ਗੁਪਤ ਨਾਮ ਪ੍ਰਗਟ ਹੋਇਆ, ਭਾਵ ਅੰਦਰ ਪ੍ਰਕਾਸ਼ ਹੋਇਆ, ਭਾਵ ਅੰਦਰ ਚਾਨਣ ਹੋਇਆ, ਭਾਵ ਅੰਦਰੋਂ ਗਿਆਨ ਹੋਇਆ ਵੀ ਮੈਂ ਤਾਂ ਬਾਹਰ ਭਾਲਦਾ ਫਿਰਦਾ, ਪ੍ਰਮਾਤਮਾ ਤਾਂ ਅੰਦਰ ਆ। ਕਿਵੇਂ ਮਿਲਣਗੇ ਮੈਨੂੰ? ਆਪਣੇ ਆਪ ਨੂੰ ਸਵਾਰਨਾ ਪਏਗਾ, ਮੈਨੂੰ ਆਪਣੇ ਆਪ ਨੂੰ ਬਦਲਣਾ ਪਊਗਾ, ਆਪਣੇ ਆਪ 'ਤੇ ਕੰਮ ਕਰਨਾ ਪਊਗਾ, ਆਪਣੀਆਂ ਬੁਰੀਆਂ ਆਦਤਾਂ ਛੱਡ ਕੇ ਚੰਗੀਆਂ ਆਦਤਾਂ ਪਾਉਣੀਆਂ ਪੈਣਗੀਆਂ। ਜਦੋਂ ਇਸ ਤਰ੍ਹਾਂ ਪਤਾ ਲੱਗ ਗਿਆ ਵੀ ਪਹਿਲਾਂ ਧਰਮ ਨੂੰ ਸਮਝਣਾ ਪਵੇਗਾ, ਫਿਰ ਗਿਆਨ ਖੰਡ ਦੇ ਵਿੱਚ ਪਹੁੰਚਣਾ ਪਵੇਗਾ, ਫਿਰ ਸ਼ਰਮ ਖੰਡ ਦੇ ਵਿੱਚ ਪਹੁੰਚ ਕੇ ਜਦੋਂ ਆਪਣੀ ਘਾੜਤ ਘੜ ਲਈ, ਫਿਰ ਕੀ ਹੋ ਗਿਆ? ਫਿਰ ਦਰਸ਼ਨ ਸਾਧ ਮਿਲਿਓ ਬੜ ਭਾਗੀ। ਵੱਡੇ ਭਾਗਾਂ ਦੇ ਨਾਲ ਅੰਦਰੋਂ ਹੀ ਦਰਸ਼ਨ ਹੋ ਗਏ ਭਾਈ। ਇੱਕ ਅਸੀਂ ਦਰਸ਼ਨ ਕਰਦੇ ਹਾਂ ਇਹਨਾਂ ਅੱਖਾਂ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ, ਤੇ ਇੱਕ ਦਰਸ਼ਨ ਆ ਗੁਰਮੁਖ ਪਿਆਰਿਓ ਜਿਹੜੇ ਅਸਲੀ ਆ, ਜਦੋਂ ਸ਼ਬਦ ਦੇ ਨਾਲ ਸੁਰਤ ਜੁੜਦੀ ਹੈ। ਇਹ ਸਰੀਰ ਨੇ ਗੁਰੂ ਜੀ ਦੇ ਸਰੀਰ ਦੇ ਦਰਸ਼ਨ ਕਰ ਲਏ ਬਾਹਰੋਂ, ਇਹਨਾਂ ਦਾ ਸੰਸਕਾਰ ਵੀ ਹੁੰਦਾ, ਤੇ ਪਰ ਅੰਦਰੋਂ ਮਨ ਨੇ ਗੁਪਤ ਗਿਆਨ ਗੁਰੂ ਦੇ ਦਰਸ਼ਨ ਕਰਨੇ ਆ, ਫਿਰ ਪ੍ਰਮਾਤਮਾ ਦੇ ਦਰਸ਼ਨ ਹੋਣਗੇ। ਇੱਥੇ ਤੱਕ ਪਹੁੰਚਣਾ ਭਾਈ। ਦਰਸ਼ਨ ਸਾਧ ਮਿਲਿਓ ਬੜ ਭਾਗੀ, ਵੱਡੇ ਭਾਗਾਂ ਦੇ ਨਾਲ ਸਤ ਸੰਗਤ ਪ੍ਰਾਪਤ ਹੋਈ, ਗੁਰੂ ਸਾਧੂ ਦਾ ਸੰਗ ਪ੍ਰਾਪਤ ਹੋਇਆ, ਗੁਰੂ ਦਾ ਗਿਆਨ ਪੜ੍ਹਨ ਸੁਣਨ ਸਮਝਣ ਨੂੰ ਮਿਲਿਆ, ਤਾਂ ਅੰਦਰੋਂ ਦਰਸ਼ਨ ਹੋ ਗਏ। ਜਦੋਂ ਦਰਸ਼ਨ ਹੋ ਗਏ, ਸਭ ਕਿਲ ਵਿਖ ਗਏ ਗਵਾਜਾ। ਸਾਰੇ ਕਿਲ ਵਿਖ ਪਾਪ ਮੇਰੇ ਜਨਮਾਂਤਰਾਂ ਦੇ ਕੀਤੇ ਸੀ ਜਿਹੜੇ, ਉਹ ਗਵਾਜਾ ਖਤਮ ਹੋ ਗਏ। ਉਹ ਅੰਦਰੋਂ ਸੀ ਜਿਹੜੀ ਮੇਰੀ ਘਾੜਤ ਬੁਰੀ, ਉਹ ਖਤਮ ਹੋ ਗਈ। ਸਤਿਗੁਰ ਕੈ ਜਨਮੈ ਗਬਨ ਮਟਾਇਆ ਵਾਲਾ ਕਾਰਜ ਹੋ ਗਿਆ। ਆਹ ਕਾਰਜ ਭਾਈ ਹੋਣਾ, ਜਿਹਦਾ ਇਹ ਕਾਰਜ ਹੋ ਗਿਆ, ਉਹਨੂੰ ਕੋਈ ਇਦੋਂ ਅੱਗੇ ਦਾ ਫਿਕਰ ਨਹੀਂ ਰਹੇਗਾ ਵੀ ਮੇਰੇ ਕਾਗਜ਼ ਕੀ ਹੋਣਗੇ, ਕੀ ਹੋਊਗਾ। ਸਾਰੇ ਵਹਿਮ ਭਰਮ ਤੌਖਲੇ ਡਰ ਚੱਕੇ ਜਾਣਗੇ। ਜੇ ਕਿਤੇ ਵੱਡੇ ਭਾਗ ਕਰ ਲਈਏ, ਜੇ ਕਿਤੇ ਗੁਰੂ ਦੇ ਨਾਲ ਜੁੜ ਕੇ ਪ੍ਰਮਾਤਮਾ ਦੇ ਦਰਸ਼ਨ ਕਰ ਲਈਏ, ਅੰਦਰ ਚਲੇ ਜਾਈਏ। ਕਿਲ ਵਿਖ, ਵੱਡੇ ਵੱਡੇ ਪਾਪ ਹੁੰਦੇ ਆ। ਕਿਲ ਵਿਖ ਦਾ ਅਰਥ ਜੇ ਸੌਖਾ ਕਰਨਾ ਹੋਵੇ, ਕਿਲ ਤੇ ਵਿਖ। ਕਿਲ
ਉਹ ਜਿਹੜਾ ਕਿੱਲਾਂ ਆਪਾਂ ਕਹਿੰਦੇ ਆ ਬਿਖ ਵਿਓ ਵਾਲੀਆਂ, ਵਿਓ ਵਾਲੀ ਕਿੱਲ ਵੱਜ ਜਾਵੇ ਤਾਂ ਆਪਾਂ ਟੈਟਨਸ ਦਾ ਟੀਕਾ ਲਵਾਉਣ ਵਾਸਤੇ ਭੱਜੇ ਜਾਂਦੇ ਹਾਂ। ਕਿਉਂ ਭਲਾ? ਵੀ ਉਹ ਜ਼ਹਿਰ ਆ ਜਿਹੜੀ ਸਰੀਰ ਦੇ ਵਿੱਚ ਚੜ੍ਹ ਨਾ ਜਾਵੇ। ਸਾਡੇ ਕਿੱਲ ਵਿਖਾਂ 5 ਵੱਜੀਆਂ ਹੋਈਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ। ਸਭ ਤੋਂ ਵੱਡਾ ਕਿੱਲ ਆ ਹਉਮੈ ਦਾ, ਪਰ ਅਸੀਂ ਸਤਿਗੁਰ ਤੋਂ ਟੀਕਾ ਨਹੀਂ ਲਵਾਉਂਦੇ। ਭਾਈ ਭੱਜ ਕੇ ਆ ਕੇ ਟੀਕਾ ਲਵਾ ਲਈਏ, ਸਾਡੀ ਹਉਮੈ ਦੀ ਕਿੱਲ ਨਿਕਲ ਜਾਵੇ। ਕਿੱਲ ਵਿਖ ਗਏ ਗਵਾਜਾ, ਸਾਰੀ ਬੁਰੀ ਘਾੜਤ ਬੁਰੇ ਵਿਚਾਰ ਖਤਮ ਹੋ ਜਾਂਦੇ ਆ। ਜਿਹੜਾ ਗੁਰੂ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਜੀ। ਸਤਿਗੁਰ ਸ਼ਾਹ ਪਾਇਆ ਵੱਡ ਦਾਣਾ, ਮੇਰਾ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੱਚ ਦਾ ਗਿਆਨ ਦੇਣ ਵਾਲੇ, ਭੰਡਾਰੇ ਭਰਪੂਰ ਆਤਮਿਕ ਗਿਆਨ ਦੇ ਖਜ਼ਾਨੇ ਜਿੰਨਾ ਮਰਜ਼ੀ ਲਈ ਚੱਲੋ। ਮੇਰਾ ਸ਼ਾਹ ਸ਼ਾਹਾਂ ਦਾ ਸ਼ਾਹ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠੀਆਂ ਸੋਹੀਐ। ਸੋਹਦੇ ਹਾਂ ਅਸੀਂ, ਸੋਹਣੇ ਲੱਗਦੇ ਹਾਂ ਬੈਠਦੇ ਸ਼ਾਹਾਂ ਦੇ ਸ਼ਾਹ ਕੋਲੇ। ਸਤਿਗੁਰ ਸ਼ਾਹ ਪਾਇਆ ਪਾ ਲਿਆ ਵੱਡ ਦਾਣਾ। ਵੱਡ ਦਾਣਾ ਹੁੰਦਾ ਬੜਾ ਸਿਆਣਾ, ਸਾਡੇ ਜਨਮਾਂ ਜਨਮਾਂਤਰਾਂ ਦੇ ਲੇਖਾਂ ਨੂੰ ਸਵਾਰਨ ਵਾਲਾ ਸਤਿਗੁਰੂ ਸੱਚੇ ਪਾਤਸ਼ਾਹ। ਹਾਜ਼ਰ ਤੇ ਨਾਜ਼ਰ, ਹਾਜ਼ਰ ਵੀ ਹੈ ਤੇ ਨਜ਼ਰ ਵੀ ਹੈ ਸਾਡੇ ਤੇ, ਸਾਡੇ ਅੰਦਰ ਦੀਆਂ ਜਾਣਦਾ ਵੀ ਹੈ। ਤੇ ਹੁਣ ਅਸੀਂ ਉਹ ਪਾ ਲਿਆ। ਹਰ ਕੀਏ ਬਹੁ ਗੁਣ ਸਾਂਝਾ, ਪਾਉਣ ਦਾ ਮਤਲਬ ਕੀ ਹੈ? ਸਤਿਗੁਰੂ ਨੂੰ ਪਾਉਣ ਦਾ ਮਤਲਬ ਕੀ ਹੈ? ਗੁਣਾਂ ਦੀ ਸਾਂਝ ਕਰਨੀ, ਔਗਣ ਖਤਮ ਕਰਨੇ, ਸਤਿਗੁਰੂ ਦੇ ਨਾਲ ਜੁੜ ਕੇ। ਕੀਏ ਬਹੁ ਗੁਣ ਸਾਂਝਾ, ਗੁਣਾਂ ਦੀ ਸਾਂਝ ਪੈ ਗਈ। ਸਤਿਗੁਰੂ ਨੇ ਗੁਣ ਪ੍ਰਗਟ ਕਰ ਦਿੱਤੇ, ਨਾਮ ਪ੍ਰਗਟ ਹੋ ਗਿਆ, ਸ਼ੁਭ ਗੁਣ ਪ੍ਰਗਟ ਹੋ ਗਏ, ਦਇਆ ਧਰਮ ਸੰਤੋਖ ਪਰਉਪਕਾਰੀ ਸੁਭਾਅ ਬਦਲ ਗਿਆ। ਇਹ ਸਾਰੇ ਔਗਣ ਖਤਮ ਹੋ ਗਏ, ਗੁਣ ਪ੍ਰਗਟ ਹੋ ਗਏ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਤਾਰਿਓ ਮਨ ਮਾਝਾ। ਜਿਨ ਕੋ ਕਿਰਪਾ ਕਰੀ, ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਜਗਤ ਨੂੰ ਜੀਵਨ ਦੇਣ ਵਾਲੇ ਦੀ, ਉਨਾ ਚਿਰ ਅਸੀਂ ਮੂਏ ਆ ਅੰਦਰੋਂ। ਇਹ ਲੱਗਣੀਆਂ ਗੱਲ ਹੋਰ ਹੀ ਤਰ੍ਹਾਂ ਦੀ। ਆਖਾਂ ਜੀਵਾਂ ਬਿਸਰੈ ਮਰ ਜਾਊਂ, ਬਿਸਰਿਆ ਹੋਇਆ ਤਾਂ ਅਸੀਂ ਸਮਝ ਲਓ ਆਤਮਿਕ ਮੌਤ ਹੋ ਜਾਂਦੀ ਹੈ। ਤੇ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਆ, ਗੁਰਬਾਣੀ ਨਾਲ ਜੁੜ ਜਾਂਦੇ ਆ, ਗੁਰਬਾਣੀ ਦੇ ਰਾਹੀਂ ਅੰਦਰੋਂ ਪ੍ਰਮਾਤਮਾ ਨਾਲ ਜੁੜ ਜਾਂਦੇ ਆ, ਉਹ ਜਗਤ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ ਨਾਲ ਜੁੜ ਜਾਂਦੇ ਆ। ਉਹ ਖੁਦ ਵੀ ਜਿਉਂਦੇ ਹੋ ਜਾਂਦੇ ਆ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਉਹਨਾਂ ਨੇ ਹਿਰਦੇ ਦੇ ਵਿੱਚ ਮਨ ਨੂੰ ਸਮਝ ਲਿਆ, ਸਮਝ ਕੇ ਆਪਣੇ ਲੇਖੇ ਨੂੰ ਸਮਝ ਲਿਆ, ਆਪਣੇ ਅੰਦਰ ਨੂੰ ਚਲੇ ਗਏ। ਉਹਨਾਂ ਨੇ ਆਪਣਾ ਜਗਤ ਨੂੰ ਜੀਵਨ ਵਾਲੇ ਦਾ ਆਸਰਾ ਮੰਨ ਲਿਆ। ਮਨ ਚੋਂ ਅੰਦਰਲੀ ਗੱਲ ਸਾਰੀ ਸਮਝ ਲਈ ਵੀ ਸਾਡਾ ਮਨ ਆ ਜਿਹੜਾ, ਇਹ ਸਾਡੇ ਨਾਲ ਬੇਈਮਾਨੀ ਕਰਦਾ, ਇਹ ਧੋਖਾ ਕਰਦਾ ਸਾਡੇ ਨਾਲ, ਸਭ ਨਾਲ ਸਾਨੂੰ ਉੱਤੋਂ ਪਲੋਸਦਾ ਬਹੁਤ ਆ, ਪਰ ਇਹ ਸਾਨੂੰ ਆਪਣੇ ਲੇਖੇ ਵੱਲ ਨੂੰ ਨਹੀਂ ਜਾਣ ਦਿੰਦਾ। ਇਹ ਗੱਲ ਸਮਝ ਲਈ ਗੁਰਮੁਖ ਪਿਆਰਿਆਂ ਨੇ, ਜਿਨ੍ਹਾਂ ਤੇ ਕਿਰਪਾ ਹੋਊਗੀ। ਜਿਨ੍ਹਾਂ ਤੇ ਕਿਰਪਾ ਨਹੀਂ, ਕਿਰਪਾ ਦੀ ਨਿਸ਼ਾਨੀ ਹੈ ਗੁਰਪ੍ਰਸਾਦ, ਮਤਲਬ ਕਿਰਪਾ। ਜਿਹੜੇ ਗੁਰੂ ਦੇ ਨਾਲ ਜੁੜ ਗਏ, ਮਿਹਨਤ ਕੀਤੀ ਗੁਰਬਾਣੀ ਨੂੰ ਪੜ੍ਹਨ ਸੁਣਨ ਸਮਝਣ ਦੀ, ਤੇ ਉਹਨਾਂ ਨੂੰ ਫਿਰ ਕੀ ਪ੍ਰਾਪਤ ਹੋਇਆ? ਨਾਮ। ਨਾਮ ਤੋਂ ਭਾਵ ਆਤਮਿਕ ਗਿਆਨ। ਆਤਮਿਕ ਗਿਆਨ ਪ੍ਰਾਪਤ ਹੋ ਗਿਆ। ਜਦੋਂ ਨਾਮ ਪ੍ਰਾਪਤ ਹੋ ਗਿਆ, ਫਿਰ ਪਤਾ ਲੱਗ ਗਿਆ ਵੀ ਜੜ ਤਾਂ ਮੇਰਾ ਮਨ ਆ। ਫਿਰ ਮੈਂ ਕੰਮ ਕਾਹਦੇ ਤੇ ਕਰਾਂ? ਆਪਦੇ ਮਨ ਤੇ, ਆਪਦੇ ਆਪ ਤੇ। ਇਸ ਤਰ੍ਹਾਂ ਜਦੋਂ ਉੱਧਰੋਂ ਘਾੜਤ ਸਾਰਾ ਪਿਛਲੇ ਜਿਹੜੇ ਰਾਹ ਤੇ ਚੱਲਿਆ ਸੀ, ਉਹ ਰਸਤਾ ਹੀ ਛੱਡ ਦਿੱਤਾ। ਬਸ ਇੱਕ ਵਾਰੀ ਬਦਲਾਵ ਆਉਣਾ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ। ਉਹ ਰਸਤਾ ਸੀ ਜਿਹੜਾ ਛੱਡ ਕੇ ਜਿਹੜਾ ਚੰਗੇ ਰਸਤੇ ਤੇ ਚੱਲ ਪਿਆ। ਇਹਨੂੰ ਕਹਿੰਦੇ ਆ ਮਨਮੁਖ ਤੋਂ ਗੁਰਮੁਖ ਬਣ ਜਾਣਾ। ਦੇਖੋ, ਇਹ ਕਿਹਾ ਜਾਂਦਾ ਇਸ ਤਰ੍ਹਾਂ ਜਿਹੜਾ ਹੈ, ਜਿਵੇਂ ਮਨ ਆਪਣਾ, ਮਨ ਚੰਚਲ ਆ, ਇਹਨੇ ਚੱਲਣਾ ਹੀ ਚੱਲਣਾ। ਬਸ ਇਹਦਾ ਗਲ ਫੜ ਕੇ ਸਮਝ ਲਓ ਸਿੱਧੇ ਰਾਹ ਤੇ ਪਾਉਣਾ ਗੁਰੂ ਨੇ। ਇਹਨੇ ਟਿਕਣਾ ਨਹੀਂ, ਇਹਨੇ ਚੱਲਣਾ ਨਹੀਂ, ਇਹਨੇ ਜ਼ੀਰੋ ਨਹੀਂ ਹੋਣਾ। ਇਹ ਚੰਚਲ ਆ,
ਇੱਕ ਅਵਸਥਾ ਜ਼ਰੂਰ ਆ ਸੁਣਨ ਵਾਲੀ। ਉਹ ਸੁਣਨ ਤੱਕ ਜੋਗੀ ਪਹੁੰਚੇ ਹੋਏ ਸੀਗੇ। ਗੁਰੂ ਨਾਨਕ ਬਾਬਾ ਜੀ ਨੇ ਜੋਗੀਆਂ ਨੂੰ ਵੀ ਸਿੱਖਿਆ ਦਿੱਤੀ, ਸਿੱਧਾਂ ਨੂੰ ਵੀ ਸਿੱਖਿਆ ਦਿੱਤੀ ਵੀ ਸੁਣਨ ਕਰਕੇ ਤਾਂ ਜ਼ੀਰੋ ਹੋ ਜਾਣਾ, ਸੁਣ ਕਰਕੇ ਫਿਰ ਤੋਰਨਾ। ਜਿਵੇਂ ਹੁਣ ਆਪਾਂ ਸੌਖਾ ਸਮਝ ਲਈਏ, ਮੇਰਾ ਮਨ ਇੱਧਰਲੇ ਪਾਸੇ ਨੂੰ ਚੱਲਿਆ ਹੋਇਆ, ਹੁਣ ਇੱਧਰੋਂ ਇੱਧਰਲੇ ਪੁੱਠਾ ਪਾਸਾ, ਇਹ ਇੱਧਰੋਂ ਖਿੱਚ ਕੇ ਬਾਣੀ ਨੇ ਇੱਥੇ ਲੈ ਆਂਦਾ ਸੈਂਟਰ 'ਚ, ਹੁਣ ਜ਼ੀਰੋ ਹੋ ਗਿਆ, ਵਿਚਾਰ ਉੱਠਣੇ ਬੰਦ ਹੋ ਗਏ, ਐਨ ਇੱਧਰਲਾ ਪਾਸਾ ਛੱਡ ਦਿੱਤਾ। ਹੁਣ ਕੀ ਇਹੀ ਜ਼ਿੰਦਗੀ ਆ? ਨਹੀਂ। ਬੋਲ ਸੋ ਧਰਮੀ ਅੜਿਆ, ਮੋਨ ਕਤ ਧਾਰੀ ਰਾਮ। ਬੋਲ, ਜ਼ੀਰੋ ਨਾ ਹੋ। ਤੈਨੂੰ ਪ੍ਰਮਾਤਮਾ ਨੇ ਜ਼ੁਬਾਨ ਦਿੱਤੀ ਆ, ਹੁਣ ਬੋਲ। ਕਿਹੜੇ ਰਾਹ ਤੇ ਬੋਲ? ਹੁਣ ਇੱਧਰ ਨੂੰ ਬੋਲਦਾ ਸੀ, ਹੁਣ ਇੱਧਰਲੇ ਰਾਹ ਤੇ ਬੋਲ। ਉੱਧਰੋਂ ਮੁੜ ਕੇ ਇੱਧਰਲੇ ਰਾਹ ਤੇ ਤੋਰ ਦੇਣਾ। ਬਸ ਆ ਗੁਰੂ ਦਾ ਕੰਮ ਆ। ਜਦੋਂ ਇੱਧਰਲੇ ਰਾਹ ਤੇ ਤੁਰ ਪਿਆ, ਸਮਝ ਲਓ ਨਵਾਂ ਜੀਵਨ ਪ੍ਰਾਪਤ ਹੋ ਗਿਆ। ਫਿਰ ਕਿਹੜਾ ਲੇਖਾ ਤੇ ਕਿਹੜੀਆਂ ਗੱਲਾਂ ਮਨੁੱਖ ਨੂੰ ਅੰਦਰੋਂ ਹੀ ਚਾਨਣ ਪ੍ਰਕਾਸ਼ ਸਾਰਾ ਕੁਝ ਆਪਣੇ ਆਪ ਦਾ ਪਤਾ ਲੱਗ ਜਾਂਦਾ। ਫਿਰ ਪਤਾ ਲੱਗਦਾ ਕਿ ਲੇਖਾ ਬੁਰਾ ਵੀ ਮੈਂ ਹੀ ਕਰਨ ਵਾਲਾ ਵਾਂ, ਮੈਂ ਹੀ ਵਿਗੜਿਆ ਹੋਇਆ ਮਾਂ, ਤੇ ਮੈਂ ਹੀ ਸਬਰ ਸਕਦਾ ਹਾਂ। ਨਾ ਮੈਨੂੰ ਕਿਸੇ ਨੇ ਵਿਗਾੜਿਆ ਤੇ ਨਾ ਮੈਨੂੰ ਕੋਈ ਬਾਹਰੋਂ ਸਵਾਰ ਸਕਦਾ। ਇਹ ਮੇਰੇ ਖੁਦ ਦਾ ਕੰਮ ਕਰਨ ਵਾਲਾ। ਤੇ ਫਿਰ ਕੈਸਾ ਹੋ ਜਾਂਦਾ ਜਦੋਂ ਐਸਾ ਜੀਵਨ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੋ ਜਾਂਦਾ, ਇੱਕ ਸਿੱਖ ਵਾਲਾ ਜੀਵਨ ਪ੍ਰਾਪਤ ਹੋ ਜਾਂਦਾ, ਆਨੰਦਿਤ ਜੀਵਨ ਪ੍ਰਾਪਤ ਹੋ ਜਾਂਦਾ, ਤੇ ਸਤਿਗੁਰ ਕੇ ਜਨਮੈ ਗਗਨ ਮਟਾਇਆ ਵਾਲਾ ਜੀਵਨ ਪ੍ਰਾਪਤ ਹੋ ਜਾਂਦਾ, ਚੌਥੀ ਪਦਵੀ ਵਾਲਾ ਜੀਵਨ ਪ੍ਰਾਪਤ ਹੋ ਜਾਂਦਾ, ਤੀਜਾ ਨੇਤਰ ਖੁੱਲ੍ਹ ਜਾਂਦਾ। ਫਿਰ ਮਨੁੱਖ ਕੀ ਕਹਿੰਦਾ? ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸਮਝ ਲੱਗ ਗਈ, ਸਾਰਾ ਪਤਾ ਲੱਗ ਗਿਆ। ਹੁਣ ਬਾਇਆ ਧਰਮ ਰਾਜੇ ਨਹੀਂ ਜਾਣਾ ਪਊਗਾ। ਐਂ ਸਮਝ ਲਈਏ ਵੀ ਜੇ ਤਾਂ ਭਾਈ ਸਿੱਧੀਆਂ ਹੁਣ ਇੱਕ ਇੱਥੋਂ ਪਹੁੰਚਣਾ ਅਸੀਂ ਪ੍ਰਮਾਤਮਾ ਕੋਲੇ ਮਰਨ ਤੋਂ ਬਾਅਦ ਲਾ ਲਓ ਜਾਂ ਜਿਵੇਂ ਮਰਜ਼ੀ ਲਾ ਲਓ। ਹੁਣ ਇੱਕ ਨੇ ਤਾਂ ਇੱਥੋਂ ਬਾਇਆ ਧਰਮ ਰਾਜਾ ਜਾਣਾ, ਇੱਕ ਦੀਆਂ ਸਿੱਧੀਆਂ ਹੀ ਕੁੰਡੀਆਂ ਜਿਉਂਦੇ ਦੀਆਂ ਹੀ ਪੈ ਗਈਆਂ, ਸਿੱਧਾ ਰਸਤਾ। ਉਹਨੇ ਤਾਂ ਇੱਧਰੋਂ ਆਤਮਾ ਛੁੱਟੀ, ਪਰਮਾਤਮਾ 'ਚ ਲੀਨ, ਤੇ ਇੱਧਰ ਦੀ ਬਾਇਆ ਧਰਮ ਰਾਜਾ। ਧਰਮ ਰਾਜਾ ਫਿਰ ਉਹ ਲੇਖਾ ਮੰਗਦਾ ਵੀ ਕਿੰਨੇ ਕੁ ਯੋਗਾਂ ਕੀ ਕੀਤਾ, ਕੀ ਨਹੀਂ ਕੀਤਾ, ਕਿੰਨੇ ਚੰਗੇ ਕਰਮ ਕੀਤੇ, ਕਿੰਨੇ ਬੁਰੇ ਕੀਤੇ। ਤੇ ਉਸ ਜਿਹੜੇ ਸਿੱਖ ਆ ਉਹ ਜਿਉਂਦੇ ਮੁਕਤੀ ਗੁਰਬਾਣੀ ਸਿੱਧਾ ਰਾਹ ਦਿਖਾਉਂਦੀ ਆ, ਸਾਫ਼ ਰਸਤਾ ਭਾਈ। ਤੇ ਕਿਉਂਕਿ ਗੁਰਬਾਣੀ ਦੇ ਵਿੱਚ ਕਿਹਾ ਗਿਆ, ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਨਾਲ ਜੁੜ ਗਏ, ਧੁਰ ਅੰਦਰੋਂ ਜੁੜ ਗਏ, ਉਹਨਾਂ ਨੇ ਸਮਝ ਲਓ ਆਪਣਾ ਲੇਖਾ ਪਾੜ ਲਿਆ, ਉਹਨਾਂ ਦਾ ਬੁਰਾ ਲੇਖਾ ਖਤਮ ਹੋ ਗਿਆ। ਹੁਣ ਕਿਸੇ ਧਰਮ ਰਾਜੇ ਦਾ ਕਿਸੇ ਦਾ ਡਰ ਨਹੀਂ, ਉਹ ਤਾਂ ਕਣ ਕਣ ਦੇ ਵਿੱਚ ਵੱਸਦਾ। ਜਿੱਥੇ ਜਾ ਕੇ ਮੈਂ ਮੌਤ ਤੋਂ ਬਾਅਦ ਮਿਲਣਾ ਸੀ, ਮੇਰਾ ਹੁਣੇ ਹੀ ਮਿਲ ਗਿਆ। ਸਾਰਾ ਕੁਛ ਕਰਮਕਾਂਡ ਖਤਮ। ਕਾਹਦੇ ਵਾਸਤੇ ਕਰਦਾ ਮਨੁੱਖ? ਮੁਕਤੀ ਪ੍ਰਾਪਤ ਹੋ ਜਾਵੇ, ਸਵਰਗ ਪ੍ਰਾਪਤ ਹੋ ਜਾਵੇ, ਦੁੱਖ ਨਾ ਮਿਲਣ। ਤੇ ਜਦੋਂ ਜਿਉਂਦੇ ਜੀ ਜਿਨ੍ਹਾਂ ਦਾ ਕਾਰਜ ਹੋ ਗਿਆ, ਉਹਨਾਂ ਦਾ ਬਾਹਰ ਉਸ ਤੋਂ ਬਾਅਦ ਕੋਈ ਫਿਕਰ ਨਹੀਂ ਰਿਹਾ। ਭਾਈ ਗੁਰਬਾਣੀ ਇਸ ਤਰ੍ਹਾਂ ਲੇਖੇ ਪਾੜ ਦਿੰਦੀ ਆ। ਬੁਰੇ ਲੇਖੇ ਪਾਟ ਜਾਣਗੇ ਤੇ ਚੰਗੀ ਕਾੜਤਾ ਜਿਹੜੀ ਘੜੀ ਜਾਊਗੀ, ਕਾਸੇ ਦਾ ਡਰ ਨਹੀਂ ਰਹੂਗਾ। ਇਹ ਹੈ ਗੁਰੂ ਦੀ ਕਿਰਪਾ ਦੀ ਨਿਸ਼ਾਨੀ ਕਹਿ ਲਈਏ ਜਾਂ ਗੁਰਪ੍ਰਸਾਦ ਦੀ ਕਰਾਮਾਤ ਕਹਿ ਲਈਏ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਤਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਚੌਥੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ। ਜਿਹੜੇ ਸਮਝ ਗਏ ਆਪਣੇ ਲੇਖੇ ਨੂੰ, ਫਿਰ ਬਸ ਉਹ ਬੁਰੇ ਕਾਰਜ ਨਹੀਂ ਕਰਦੇ। ਜਦੋਂ ਆਪਣੇ ਆਪ ਨੂੰ ਸਵਾਰ ਲਿਆ, ਆਪ ਸਵਾਰਾਂ, ਮੈਂ ਮਿਲਿਆ ਸੁਖ ਹੋਏ, ਉਸ ਤੋਂ ਬਾਅਦ ਆਨੰਦਿਤ ਜੀਵਨ ਜਿਹੜਾ ਕੰਮ ਕਰਨ ਆਏ ਸੀ ਉਹ ਹੋ ਜਾਂਦਾ। ਇੱਕ ਵਾਰੀ ਜ਼ਿੰਦਗੀ 'ਚ ਭਾਈ ਸਾਰਿਆਂ ਨੂੰ ਇਹ ਕਾਰਜ ਕਰਨਾ ਹੀ ਪੈਣਾ। ਚੰਗਾ, ਬਹੁਤ ਚੰਗਾ ਜੇ ਬਚਪਨ ਦੇ ਵਿੱਚ ਹੋ ਜਾਵੇ, ਉਸ ਤੋਂ ਬਾਅਦ ਦਾ ਜੀਵਨ ਆ ਜਿਹੜਾ ਆਨੰਦਿਤ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ। ਇਹੀ ਆਪਾਂ ਅਰਦਾਸਾਂ ਬੇਨਤੀਆਂ ਹੀ ਕਰਨੀਆਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੇ ਹਾਜ਼ਰ ਤੇ ਨਾਜ਼ਰ ਸਮਝਦੇ ਹਾਂ, ਦੋ ਗੱਲਾਂ, ਹਾਜ਼ਰ ਪ੍ਰਿੰਸੀਪਲ ਹਾਜ਼ਰ ਵੀ ਆ, ਪਰ ਆਪਣੇ ਕਮਰੇ 'ਚ ਬੈਠਾ, ਦਫ਼ਤਰ 'ਚ ਬੈਠਾ, ਬੱਚਿਆਂ 'ਤੇ ਨਜ਼ਰ ਨਹੀਂ।
ਇੱਕ ਪ੍ਰਿੰਸੀਪਲ ਰਾਊਂਡ ਲਾ ਰਿਹਾ, ਚੱਲਦਾ ਫਿਰਦਾ, ਫਿਰ ਬੱਚੇ ਸ਼ਾਂਤ ਟਿਕ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੀ ਕਹਿੰਦੇ ਆਪਾਂ? ਹਾਜ਼ਰ ਤੇ ਨਾਜ਼ਰ। ਹਾਜ਼ਰ ਵੀ ਹੈ, ਸਾਡੇ ਤੇ ਨਜ਼ਰ ਵੀ ਰੱਖੀ ਹੋਈ ਹੈ, ਤੇ ਸਾਨੂੰ ਗਿਆਨ ਵੀ ਬਖਸ਼ਿਸ਼ ਕਰ ਰਹੇ ਆ। ਜੇ ਸਾਡੀ ਸ਼ਰਧਾ ਭਾਵਨਾ ਬਣ ਜਾਵੇ, ਜੇ ਗੁਰੂ ਦੇ ਨਾਲ ਪਿਆਰ ਸਤਿਕਾਰ ਸਾਡਾ ਬਣ ਜਾਵੇ, ਜੇ ਅਸੀਂ ਬਿਲਕੁਲ ਹਾਜ਼ਰ ਤੇ ਨਾਜ਼ਰ ਸਮਝ ਲਈਏ, ਤਾਂ ਅਸੀਂ ਇਹ ਗੁਰਪ੍ਰਸਾਦ ਪ੍ਰਾਪਤ ਕਰ ਸਕਦੇ ਹਾਂ, ਨਾਮ ਦਾ ਕਿਣਕਾ ਪ੍ਰਾਪਤ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡਾ ਜੀਵਨ ਆਨੰਦਿਤ ਹੋਵੇਗਾ, ਕਿਸੇ ਚੀਜ਼ ਦਾ ਡਰ ਨਹੀਂ ਰਹੇਗਾ। ਧਰਮ ਰਾਜੇ ਦੇ ਕਾਗਜ਼ ਵੀ ਫਟ ਸਕਦੇ ਹਨ ਜੇ ਅਸੀਂ ਗੁਰੂ ਦੇ ਨਾਲ ਜੁੜ ਜਾਈਏ। ਆਪ ਵੀ ਗੁਰਬਾਣੀ ਦੇ ਨਾਲ ਜੁੜੋ ਭਾਈ, ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ। ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਸਹਾਇਤਾ ਵੀ ਜ਼ਰੂਰ ਕਰੋ, ਯੋਗਦਾਨ ਵੀ ਜ਼ਰੂਰ ਪਾਓ। ਸਭ ਤੋਂ ਵੱਡਾ ਸਾਡੇ ਧਰਮ ਦੇ ਵਾਸਤੇ ਮੇਰੀ ਤੁੱਛ ਬੁੱਧੀ ਮੁਤਾਬਕ ਜਿੰਨੀਆਂ ਸਿੱਖ ਧਰਮ 'ਤੇ ਭੀੜਾਂ ਪੈ ਰਹੀਆਂ ਇਸ ਟਾਈਮ, ਸਭ ਕਾਸੇ ਦਾ ਕਾਰਨ ਸਿੱਖ ਗੁਰਬਾਣੀ ਤੋਂ ਦੂਰ ਹੋ ਗਿਆ। ਜਿੱਦਾਂ ਸਿੱਖ ਗੁਰਬਾਣੀ ਦੇ ਨਾਲ ਜੁੜ ਜਾਣਗੇ, ਫਿਰ ਉਹੀ ਚੜ੍ਹਦੀ ਕਲਾ ਦੀ ਅਵਸਥਾ ਹੋ ਜਾਵੇਗੀ। ਇਹ ਮੇਰਾ ਮੰਨਣਾ, ਮੇਰੇ ਵਿਚਾਰ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।